ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 21ਵੇਂ ਵਿੱਚ ਅੱਜ ਆਪਾਂ ਮੱਖਣ ਸ਼ਾਹ ਤੇ ਗੁਰੂ ਜੀ ਦੁਆਰਾ ਸ਼੍ਰੀ ਅੰਮ੍ਰਿਤਸਰ ਜਾਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਮੱਖਣ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਰਹਿੰਦਾ ਸੀ। ਗੁਰੂ ਜੀ ਦੇ ਦਰਸ਼ਨ ਕਰਦਾ ਸੀ ਤੇ ਚਰਨ ਪਰਸਦਾ ਸੀ। ਜਨਮ ਮਰਨ ਦਾ ਦੁੱਖ ਦੂਰ ਕਰਨਾ ਚਾਹੁੰਦਾ ਸੀ। ਨੇਤਾ ਪ੍ਰਤੀ ਬਹੁਤ ਸ਼ਰਧਾ ਵਧਾਉਂਦਾ ਸੀ ਤੇ ਗੁਰੂ ਜੀ ਦੇ ਮੁਖ ਤੋਂ ਬਚਨ ਸੁਣ ਕੇ ਬੜਾ ਸੁੱਖ ਪਾਉਂਦਾ ਸੀ। ਸ਼੍ਰੀ ਗੁਰੂ ਜੀ ਭਗਤੀ ਗਿਆਨ ਦਾ ਉਪਦੇਸ਼ ਦਿੰਦੇ ਸਨ ਤੇ ਹਮੇਸ਼ਾ ਸਾਰੇ ਕਲੇਸ਼ਾਂ ਨੂੰ ਕੱਟਦੇ ਸਨ। ਇੱਕ ਦਿਨ ਮੱਖਣ ਸ਼ਾਹ ਨੇ ਕਿਹਾ, ਹੇ ਆਨੰਦ ਦੇ ਖਜ਼ਾਨੇ ਸ਼੍ਰੀ ਗੁਰਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਬਣਾਇਆ ਹੈ ਜਿਵੇਂ ਉਹਨਾਂ ਦੇ ਪਿਤਾ ਜੀ ਨੇ ਉਪਦੇਸ਼ ਕੀਤਾ ਸੀ। ਉੱਥੇ ਜਾਣ ਦੀ ਮੇਰੀ ਚਾਹਤ ਹੈ। ਇਸ਼ਨਾਨ ਕਰਕੇ ਪਾਪਾਂ ਦਾ ਨਾਸ਼ ਕਰਾਂਗਾ। ਭਲਾ ਪੁਰਬ ਹੁਣ ਨੇੜੇ ਆ ਗਿਆ ਹੈ। ਵਿਸਾਖੀ ਦਾ ਇਸ਼ਨਾਨ ਹੋਵੇਗਾ। ਸ਼੍ਰੀ ਗੁਰੂ ਧਾਮ ਦੇ ਦਰਸ਼ਨ ਕਰਾਂਗਾ ਜਿਸ ਦੀ ਬੜੀ ਸੁੰਦਰ ਪ੍ਰਸ਼ੰਸਾ ਕੀਤੀ ਗਈ ਹੈ। ਆਪ ਜੀ ਦੀ ਮੈਂ ਆਗਿਆ ਪਾ ਕੇ ਸੁੰਦਰ ਦਰਸ਼ਨ ਕਰਕੇ ਫਿਰ ਆ ਜਾਵਾਂਗਾ। ਸ਼੍ਰੀ ਗੁਰੂ ਜੀ ਨੇ ਕਿਹਾ, ਬਹੁਤ ਦੂਰ ਨਹੀਂ ਹੈ ਜਿਸ ਦੇ ਦਰਸ਼ਨ ਕਰਨ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਅਸੀਂ ਵੀ ਜਾ ਕੇ ਦਰਸ਼ਨ ਕਰਾਂਗੇ ਤੇ ਇਸ਼ਨਾਨ ਕਰਕੇ ਉਸ ਪਵਿੱਤਰ ਸਥਾਨ ਦੇ ਅੱਗੇ ਸਿਰ ਨਿਵਾਵਾਂਗੇ। ਛੇਤੀ ਹੀ ਇਕੱਠੇ ਅੰਮ੍ਰਿਤਸਰ ਦੇ ਰਸਤੇ ਪੈ ਜਾਵਾਂਗੇ। ਫਿਰ ਆ ਕੇ ਪ੍ਰਸੰਨ ਹੋ ਕੇ ਮਿਲਾਂਗੇ। ਸਤਿਗੁਰੂ ਸਾਡੀ ਭਾਵਨਾ ਪੂਰੀ ਕਰੇ ਤੇ ਸੁੰਦਰ ਵਿਧੀ ਨਾਲ ਸਾਡੀ ਉੱਜਲ ਮਤ ਹੋਵੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਰਮਾਇਆ, ਤਿਆਰੀ ਕਰੋ। ਆਗਿਆ ਦੇ ਦਿੱਤੀ। ਇਹ ਸੁਣ ਕੇ ਮੱਖਣ ਸ਼ਾਹ ਬਹੁਤ ਪ੍ਰਸੰਨ ਹੋਇਆ। ਇੱਕ ਪੰਥ ਦੋ ਕਾਰਜ ਹੋ ਗਏ। ਮੱਖਣ ਸ਼ਾਹ ਨੇ ਆਪਣੇ ਧਨ ਭਾਗ ਜਾਣੇ। ਗੁਰੂ ਜੀ ਦੀ ਮਹਾਨ ਦਇਆ ਮੰਨੀ। ਜਦ ਤੱਕ ਗੁਰੂ ਜੀ ਦੇ ਦਰਸ਼ਨ ਹੁੰਦੇ ਰਹਿਣ ਤਦ ਤੱਕ ਮੈਨੂੰ ਬਹੁਤ ਲਾਭ ਹੈ। ਉਹ ਤਿਆਰ ਹੋ ਗਿਆ ਤੇ ਡੇਰਾ ਕੂਚ ਕਰ ਦਿੱਤਾ। ਉਸ ਸਮੇਂ ਗੁਰੂ ਜੀ ਦੇ ਘਰ ਵੱਲ ਆ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲ ਕੇ ਚਰਨ ਕਮਲਾਂ 'ਤੇ ਬੰਦਨਾ ਕੀਤੀ ਤੇ ਦਰਸ਼ਨ ਕਰਕੇ ਪ੍ਰੇਮ ਰਸ ਵਿੱਚ ਭਿੱਜ ਗਿਆ। ਫਿਰ ਮੱਖਣ ਸ਼ਾਹ ਨੇ ਕਿਹਾ, ਜਿਸ ਵਾਹਨ 'ਤੇ ਵੀ ਤੁਸੀਂ ਸਵਾਰੀ ਕਰਨਾ ਚਾਹੁੰਦੇ ਹੋ ਉਹ ਮੈਨੂੰ ਦੱਸੋ ਤਾਂ ਕਿ ਉਸ ਸਵਾਰੀ ਨੂੰ ਮੈਂ ਮੰਗਵਾ ਲਵਾਂ। ਪਾਲਕੀ ਵਿੱਚ ਬੈਠਣਾ ਚਾਹੋ ਤਾਂ ਕਹਾਰ ਪਾਲਕੀ ਚੁੱਕ ਲੈਣਗੇ, ਨਹੀਂ ਤਾਂ ਬਹੁਤ ਬਲਵਾਨ ਘੋੜੇ ਹਨ। ਜਾਂ ਘੋੜੀ ਦੀ ਸਵਾਰੀ ਕਰਨੀ ਚਾਹੁੰਦੇ ਹੋ, ਆਸਾਨ ਰੀਤੀ ਨਾਲ ਸਫ਼ਰ ਕਰੋ। ਆਪ ਜੀ ਦੀ ਜਿਵੇਂ ਮਰਜ਼ੀ ਹੈ, ਤੁਹਾਡੇ ਵਾਸਤੇ ਉਸ ਤਰ੍ਹਾਂ ਦੀ ਹੀ ਤਿਆਰੀ ਕਰਵਾਈਏ। ਇਹ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਬੋਲੇ, ਜਿਹੜਾ ਵੀ ਵਾਹਨ ਹੁਣ ਤਿਆਰ ਹੋਵੇ ਉਸ ਉੱਤੇ ਹੀ ਚਲੇ ਜਾਵਾਂਗੇ। ਸਾਨੂੰ ਕੋਈ ਵਿਚਾਰ ਨਹੀਂ ਹੈ। ਤਦ ਮੱਖਣ ਸ਼ਾਹ ਨੇ ਘੋੜੀ ਮੰਗਵਾਈ। ਉਸ ਉੱਤੇ ਸੁੰਦਰ ਜੜਾਊ ਕਾਠੀ ਪਾਈ। ਸਾਰੇ ਸਾਜ਼ ਜਿਸ ਦੇ ਉਚਿਤ ਹੋ ਕੇ ਸ਼ੋਭ ਰਹੇ ਸਨ। ਸਫੈਦ ਰੰਗ ਸੀ ਤੇ ਸਰੀਰ ਚਾਂਦੀ ਵਾਂਗ ਸੀ। ਧੀਰਜਵਾਨ ਘੋੜੀ ਮਹਾਨ ਸੁੰਦਰ ਸੀ। ਰਾਹ ਵਿੱਚ ਚਲਦੀ ਇੰਜ ਪ੍ਰਤੀਤ ਹੁੰਦੀ ਹੈ ਜਿਵੇਂ ਬਹੁਤ ਹੌਲੀ ਹੌਲੀ ਚੱਲ ਰਹੀ ਹੈ, ਪਰ ਲੰਮੇ ਉਲਾਂਘ ਕਰਕੇ ਪੈਂਡਾ ਬਹੁਤ ਮੁਕਾਉਂਦੀ ਹੈ। ਉਸ ਘੋੜੀ ਨੂੰ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਸੇਵਕ ਨਾਲ ਲੈ ਕੇ ਤਿਆਰੀ ਕਰ ਲਈ। ਗੁਰੂ ਜੀ ਦੀ ਆਪਣੀ ਘੋੜੀ ਬਹੁਤ ਤੇਜ਼ ਸੀ। ਉਹ ਘਰ ਦੇ ਅੰਦਰ ਬੰਨੀ ਹੋਈ ਵੇਖੀ। ਜਿਹੜੀ ਮੱਖਣ ਸ਼ਾਹ ਨੇ ਘੋੜੀ ਦਿੱਤੀ ਉਹ ਬੜੀ ਧੀਰਜ ਵਾਲੀ ਸੀ। ਉਸ ਉੱਤੇ ਸਵਾਰ ਹੋ ਕੇ ਪ੍ਰਬੀਨ ਗੁਰੂ ਜੀ ਚੱਲ ਪਏ। ਮੱਖਣ ਸ਼ਾਹ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਿਆ। ਬਹੁਤ ਭਾਰੀ ਸੂਰਮੇ ਨਾਲ ਲੈ ਲਏ। ਸਾਰਾ ਮਾਰਗ ਲੰਘ ਗਏ ਅਤੇ ਜਾ ਕੇ ਅੰਮ੍ਰਿਤ ਸਰੋਵਰ ਨੂੰ ਵੇਖਿਆ। ਉੱਥੇ ਅੱਗੇ ਜਿੰਨੇ ਵੀ ਮਸੰਦ ਸਨ ਉਹਨਾਂ ਨੇ ਗੁਰੂ ਜੀ ਦੇ ਆਉਣ ਬਾਰੇ ਸੁਣਿਆ। ਉਹ ਡਰਦੇ ਹੋਏ ਕੋਈ ਕਿਤੇ ਭੱਜ ਗਏ। ਕਿਤੇ ਸਾਡੇ ਨਾਲ ਇਹ ਨਾਰਾਜ਼ ਹੀ ਨਾ ਹੋ ਜਾਣ। ਧਨ ਦੀ ਵਿਸ਼ਾਲ ਆਮਦਨ ਵੇਖ ਲੈਣਗੇ। ਹੁਣ ਵਿਸਾਖੀ ਦੇ ਮੇਲੇ ਦਾ ਸਮਾਂ ਆਇਆ ਹੈ। ਜੇ ਆਪ ਰਹਾਂਗੇ ਤਾਂ ਇਹ ਵੇਖ ਲੈਣਗੇ। ਫਿਰ ਸਾਥੋਂ ਇਹ ਧਨ ਖੋ ਲੈਣਗੇ। ਜਿਨ੍ਹਾਂ ਦੇ ਨਾਲ ਮੱਖਣ ਸ਼ਾਹ ਵਰਗਾ ਬਲਵਾਨ ਸਿੱਖ ਹੈ ਉਹ ਸਾਡੇ ਨਾਲ ਜਿਵੇਂ ਮਰਜ਼ੀ ਸਲੂਕ ਕਰ ਸਕਦਾ ਹੈ। ਮੱਖਣ ਸ਼ਾਹ ਨੇ ਧੀਰਮਲ ਦਾ ਡੇਰਾ ਹੀ ਲੁੱਟ ਲਿਆ ਹੈ। ਗੁਰੂ ਘਰ ਵਿੱਚ ਇਸ ਤੋਂ ਵੱਡਾ ਕੋਈ ਨਹੀਂ ਹੈ। ਹੋਰ ਕਿਸੇ ਨਾਲ ਇਹ ਕਿਹੜੀ ਭਲਾਈ ਕਰੇਗਾ। ਇਹਨਾਂ ਨੇ ਗੁਰਗੱਦੀ ਪਾਈ ਹੈ, ਇਸ ਕਰਕੇ ਸਾਥੋਂ
ਧਨ ਲੈਣਗੇ। ਕੋਈ ਵੀ ਜਾ ਕੇ ਅੱਗੇ ਹੋ ਕੇ ਨਾ ਮਿਲੋ, ਆਪਣੇ ਆਪਣੇ ਥਾਵਾਂ ਵਿੱਚ ਜਾ ਕੇ ਲੁਕ ਜਾਈਏ। ਇਹਨਾਂ ਦਾ ਬਾਲਪਨ ਤੋਂ ਇਹ ਸੁਭਾਅ ਹੈ ਕਿ ਕਿਸੇ ਦੇ ਨਾਲ ਵੀ ਪ੍ਰੀਤ ਨਹੀਂ ਕਰਦੇ ਹਨ, ਸਾਰਿਆਂ ਨਾਲੋਂ ਵੱਖ ਹੋ ਕੇ ਬੈਠਦੇ ਹਨ। ਕਿਸੇ ਮਸੰਦ ਨਾਲ ਵੀ ਇਹਨਾਂ ਦਾ ਮੇਲ ਨਹੀਂ ਹੈ। ਇਹਨਾਂ ਨੇ ਗੁਰਤਾ ਪ੍ਰਾਪਤ ਕੀਤੀ ਹੈ। ਇਹ ਸਾਰੀ ਗੱਲ ਹੁਣ ਪ੍ਰਗਟ ਹੋ ਗਈ ਹੈ। ਹਾਲੇ ਕੋਈ ਹੋਰ ਮਸੰਦ ਇਹਨਾਂ ਨੂੰ ਮਿਲਣ ਵੀ ਨਹੀਂ ਆਇਆ ਹੈ। ਹੋਰ ਕਿਸੇ ਨੇ ਇਹਨਾਂ ਨੂੰ ਚੜ੍ਹਾਵਾ ਵੀ ਨਹੀਂ ਦਿੱਤਾ ਹੈ। ਪਹਿਲਾਂ ਅੰਮ੍ਰਿਤਸਰ ਵਿੱਚ ਆਏ ਹਨ। ਧਨ ਸੰਭਾਲਣ ਵਾਸਤੇ ਇਹਨਾਂ ਦਾ ਮਨ ਲਲਚਾਇਆ ਹੈ। ਹੋਰ ਮਸੰਦ ਇਹਨਾਂ ਨੂੰ ਸਾਰੇ ਮਿਲ ਜਾਣਗੇ, ਇਹਨਾਂ ਦੀ ਗੁਰਤਾ ਅਚਲ ਟਿਕਾ ਦੇਣਗੇ। ਹੁਣ ਤੱਕ ਸਾਰੇ ਸੰਸਿਆਂ ਵਿੱਚ ਹਨ। ਕੌਣ ਗੁਰੂ ਜੀ ਬਣੇ ਹਨ ਪੱਕੀ ਤਰ੍ਹਾਂ ਨਹੀਂ ਜਾਣਿਆ ਗਿਆ ਹੈ। ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਇਹ ਸਪੁੱਤਰ ਹਨ। ਮਸੰਦਾਂ ਉੱਤੇ ਵੀ ਇਹਨਾਂ ਦਾ ਦਾਅਵਾ ਹੈ। ਇਹਨਾਂ ਨੂੰ ਹੁਣ ਮਿਲਣਾ ਨਹੀਂ ਬਣਦਾ ਹੈ, ਨਹੀਂ ਤਾਂ ਕਿਤੇ ਕਠੋਰ ਬਚਨ ਨਾ ਕਹਿ ਜਾਣ। ਆਪਸ ਵਿੱਚ ਇਸ ਤਰ੍ਹਾਂ ਵਿਚਾਰ ਕਰਕੇ ਮਾੜੀ ਮੱਤ ਵਾਲੇ ਸੰਸਾ ਕਰਕੇ ਲੁਕ ਗਏ। ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰ ਲਏ। ਦਰਸ਼ਨੀ ਡਿਓੜੀ ਦਾ ਦਰਵਾਜ਼ਾ ਬਹੁਤ ਵੱਡਾ ਸੀ, ਉਸ ਦੇ ਦਰਵਾਜ਼ੇ ਬੰਦ ਕਰਕੇ ਤਾਲਾ ਲਾ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਅੰਤਰਜਾਮੀ ਸੁਆਮੀ ਮਸੰਦਾਂ ਦੀ ਵਿਧੀ ਨੂੰ ਸਮਝ ਗਏ। ਜਦ ਹਰਿਮੰਦਰ ਸਾਹਿਬ ਵਿੱਚ ਗਏ ਤਾਂ ਕੋਈ ਮਸੰਦ ਵੀ ਨਜ਼ਰ ਨਾ ਆਇਆ। ਇਹ ਬੇਮੁਖ ਹੋ ਗਏ ਹਨ। ਗੁਰੂ ਜੀ ਨੇ ਮਨ ਵਿੱਚ ਜਾਣ ਲਿਆ। ਫਿਰ ਮੱਖਣ ਸ਼ਾਹ ਨੂੰ ਇਸ ਪ੍ਰਕਾਰ ਕਿਹਾ, ਮਸੰਦਾਂ ਦੇ ਇਸ ਬਿਰਤਾਂਤ ਨੂੰ ਵੇਖੋ। ਵੱਖ-ਵੱਖ ਹੋ ਕੇ ਲੁਕ ਗਏ ਹਨ ਤੇ ਸਨਮਾਨ ਕਰਨ ਵੀ ਨਹੀਂ ਆਏ ਹਨ। ਮਾੜੀ ਮੱਤ ਵਾਲੇ ਧਨ ਦੇ ਲੋਭ ਵਿੱਚ ਲੱਗੇ ਹੋਏ ਹਨ। ਸਾਡੇ ਬਾਰੇ ਸੁਣ ਕੇ ਆਨੰਦ ਧਾਰਨ ਨਹੀਂ ਕੀਤਾ ਹੈ। ਸ਼੍ਰੀ ਗੁਰੂ ਜੀ ਦੇ ਮੰਦਰ ਦੇ ਦਰਵਾਜ਼ੇ ਬੰਦ ਕਰਕੇ ਚਲੇ ਗਏ ਹਨ ਤੇ ਵਾਜੇ ਨਹੀਂ ਵਜਾਏ ਹਨ। ਸ਼ਬਦ ਕੀਰਤਨ ਸੁਣਦੇ ਨਹੀਂ ਹਨ। ਦਿਲ ਵਿੱਚ ਮਹਾਂ ਲੋਭ ਧਾਰਨ ਕੀਤਾ ਹੈ। ਇਹ ਸੁਣ ਕੇ ਮੱਖਣ ਸ਼ਾਹ ਗੁਰੂ ਜੀ ਨੂੰ ਕਹਿਣ ਲੱਗਾ, ਨਿਸ਼ੰਗ ਹੋ ਕੇ ਮੈਨੂੰ ਹੁਕਮ ਕਰੋ, ਇਹਨਾਂ ਨਾਲ ਵੀ ਧੀਰਮਲ ਵਾਲਾ ਸਲੂਕ ਕਰਾਂ। ਅਜਿਹੇ ਦੁਸ਼ਟ ਦੰਡ ਦੇਣ ਦੇ ਯੋਗ ਹਨ। ਇਹ ਸਾਰਾ ਧਨ ਤੁਹਾਡਾ ਹੈ। ਬੜੇ ਪ੍ਰਸੰਨ ਹੋ ਕੇ ਚੋਰੀ ਕਰ ਰਹੇ ਹਨ। ਹੁਣ ਤੁਹਾਨੂੰ ਵੇਖ ਕੇ ਲੁਕ ਗਏ ਹਨ। ਸਾਹਮਣੇ ਆ ਕੇ ਬਚਨ ਨਹੀਂ ਕੀਤੇ, ਤੁਹਾਡੇ ਅੱਗੇ ਉਪਹਾਰ ਨਹੀਂ ਧਰੇ ਤੇ ਦੀਨ ਹੋ ਕੇ ਬੇਨਤੀ ਵੀ ਨਹੀਂ ਕੀਤੀ ਹੈ। ਇਹਨਾਂ ਦੀ ਅਜਿਹੀ ਅਨੀਤੀ ਕਿਵੇਂ ਬਰਦਾਸ਼ਤ ਕਰ ਲਈਏ? ਜਦ ਤੱਕ ਤਾੜ ਕੇ ਇਹਨਾਂ ਨੂੰ ਮੱਤ ਨਾ ਦਈਏ। ਖਿਮਾ ਕਰਨ ਵਾਲੇ ਪੁਰਖਾਂ ਵਿੱਚ ਤੁਸੀਂ ਸਭ ਤੋਂ ਵੱਡੇ ਹੋ। ਸਾਰੀਆਂ ਦੰਡਯੋਗ ਥਾਵਾਂ 'ਤੇ ਖਿਮਾ ਕਰਦੇ ਹੋ। ਸ਼੍ਰੀ ਗੁਰੂ ਜੀ ਨੇ ਕਿਹਾ, ਜਦ ਸਮਾਂ ਆਵੇਗਾ ਦੁਸ਼ਟ ਮਾੜੀ ਮੱਤ ਵਾਲੇ ਆਪੇ ਤਾੜਨਾ ਪਾ ਲੈਣਗੇ। ਫਿਰ ਸਭ ਮਸੰਦਾਂ ਤੋਂ ਲੇਖਾ ਲਵਾਂਗੇ ਤੇ ਦਰਗਾਹ ਵਿੱਚ ਜਾ ਕੇ ਬਹੁਤ ਪੀੜੇ ਜਾਣਗੇ। ਇੱਕ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਵਿੱਚ ਜਦ ਵਿਸ਼ਾਲ ਖੋਟ ਵੇਖੀ ਸੀ ਤਾਂ ਇਹਨਾਂ ਬਾਰੇ ਕਠੋਰ ਵਚਨ ਕੀਤਾ ਸੀ ਕਿ ਇਹਨਾਂ ਦੀ ਜੜ ਨਹੀਂ ਰਹੇਗੀ। ਕਿਸੇ ਸਮੇਂ ਇਹ ਖਤਮ ਹੋ ਜਾਣਗੇ। ਜਦ ਉਹ ਸਮਾਂ ਪ੍ਰਾਪਤ ਹੋ ਜਾਏਗਾ ਤਾਂ ਇਹਨਾਂ ਦਾ ਮੂਲ ਹੀ ਖਤਮ ਹੋ ਜਾਏਗਾ। ਲੋਭ ਧਾਰਨ ਕਾਰਨ ਇਹ ਅੱਗੇ ਜਾ ਕੇ ਮਰ ਜਾਣਗੇ। ਗੁਰੂ ਜੀ ਨੇ ਕਠੋਰ ਵਚਨ ਕੀਤਾ ਹੈ ਕਿ ਇਹਨਾਂ ਦੀਆਂ ਜੜ੍ਹਾਂ ਹੀ ਪੁੱਟੀਆਂ ਜਾਣਗੀਆਂ। ਇਹ ਤਾਂ ਪਹਿਲਾਂ ਹੀ ਮਰੇ ਹੋਏ ਹਨ। ਅਸੀਂ ਇਹਨਾਂ ਨੂੰ ਕੀ ਮਾਰਨਾ ਹੈ? ਸ਼ਰਧਾਹੀਨ ਹੋ ਕੇ ਦਿਲ ਦਾ ਸਿਦਕ ਹਾਰ ਗਏ ਹਨ। ਅਸੀਂ ਕਿਸੇ ਦਾ ਬੁਰਾ ਨਹੀਂ ਕਰਾਂਗੇ। ਜਿਵੇਂ ਕੁਕਰਮ ਕਰਨਗੇ ਤਿਵੇਂ ਫਲ ਪ੍ਰਾਪਤ ਕਰਨਗੇ। ਤੂੰ ਹੁਣ ਸਰੋਵਰ ਵਿੱਚ ਇਸ਼ਨਾਨ ਕਰ, ਜਿਸ ਕਾਰਨ ਸਾਰੇ ਪਾਪਾਂ ਦਾ ਨਾਸ਼ ਹੋ ਜਾਏ। ਮਨੋਕਾਮਨਾ ਪੂਰਨ ਕਰੀਏ। ਮਨ ਤੇ ਤਨ ਦੀ ਮੈਲ ਦੂਰ ਕਰੀਏ। ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰੋ, ਸਤਿਗੁਰੂ ਜੀ ਤੁਹਾਡੇ ਦਿਲ ਦੀ ਆਸ ਪੂਰੀ ਕਰਨ। ਇਸ ਤਰ੍ਹਾਂ ਕਹਿ ਕੇ ਮੱਖਣ ਸ਼ਾਹ ਨੂੰ ਛੱਡ ਦਿੱਤਾ ਤੇ ਆਪ ਉੱਤਰ ਵਾਲੇ ਪਾਸੇ ਪਿਛਾਂਹ ਹਟ ਗਏ। ਉਹਨਾਂ ਦੀ ਖੁਸ਼ੀ ਗਮੀ ਵਿੱਚ ਸਮਾਨ ਬਿਰਤੀ ਸੀ ਤੇ ਉਹਨਾਂ ਨੇ ਸਾਰਿਆਂ ਉੱਤੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੋਈ ਸੀ। ਮਸੰਦਾਂ ਨੂੰ ਇਹ ਖਬਰ ਪੁੱਜੀ ਕਿ ਸ਼੍ਰੀ ਅੰਮ੍ਰਿਤਸਰ ਵਿੱਚ ਗੁਰੂ ਜੀ ਠਹਿਰੇ ਨਹੀਂ ਹਨ ਤੇ ਸਾਡੀ ਕੁਟਲ ਚਾਲ ਵੇਖ ਕੇ ਸ਼੍ਰੀ ਅੰਮ੍ਰਿਤ ਸਰੋਵਰ ਪਾਸ ਖੜੇ ਹੋ ਕੇ ਵਾਪਸ ਮੁੜ ਗਏ ਹਨ। ਸਾਧ ਸੰਗਤ ਜੀ, ਜਦੋਂ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਹੈ ਤਾਂ ਬਿਲਕੁਲ ਅਕਾਲ ਤਖਤ ਦੇ ਇੱਕ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਸਥਾਨ ਅੱਜ ਵੀ ਮੌਜੂਦ ਹੈ ਜਿੱਥੇ ਬੈਠ ਕੇ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ ਸਨ। ਮਸੰਦਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਸੀ। ਇਸ ਲਈ ਉਹ ਧਰਤੀ ਅੱਜ ਵੀ ਪੂਜਣਯੋਗ ਹੈ। ਲੱਖਾਂ ਹੀ ਸੰਗਤਾਂ ਉੱਥੇ ਜਾ ਕੇ ਨਤਮਸਤਕ ਹੁੰਦੀਆਂ ਹਨ
ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸੋ ਸਾਧ ਸੰਗਤ ਜੀ, ਇੱਥੇ 11ਵੀਂ ਰਾਸ ਦਾ 21ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।